ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਦਸ਼ਮੇਸ਼ ਪਿਤਾ ਮਹਾਰਾਜ ਦੁਆਰਾ ਲਿਖਤ ਸਰਬਲੋਕ ਗ੍ਰੰਥ ਬਾਰੇ ਅੱਜ ਦਾਸ ਇਸ ਦੀ ਕੁਛ ਤਿਲਕੂ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਚਾਰ ਗ੍ਰੰਥਾਂ ਦੀ ਅਹਿਮ ਭੂਮਿਕਾ ਜਿਹੜੀ ਆ ਪੰਥ ਦੇ ਅੰਦਰ ਹੈ। ਜਿਵੇਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹ ਚਾਰ ਗ੍ਰੰਥ ਜਿਹੜੇ ਹਨ ਇਹ ਪ੍ਰਮੁੱਖ ਅੰਗ ਵਾ। ਇਹਦੇ ਵਿੱਚੋਂ 10ਵਾਂ ਗ੍ਰੰਥ, ਇਸ ਤੋਂ ਬਾਅਦ ਭਾਈ ਗੁਰਦਾਸ ਜੀ ਦੀਆਂ 12 ਕਵਿਤ, ਉਸ ਤੋਂ ਬਾਅਦ ਭਾਈ ਨੰਦ ਲਾਲ ਜੀ ਦੀ ਬਾਣੀ, ਅਤੇ ਚੌਥਾ ਹੈ ਸਰਬਲੋਕ ਗ੍ਰੰਥ। ਹੁਣ ਜਿਹੜਾ ਸਰਬਲੋਕ ਗ੍ਰੰਥ ਵਾ ਨਾ, ਇਹਦੀ ਜਾਣਕਾਰੀ ਹਰੇਕ ਸਿੱਖ ਨੂੰ ਹੋਣੀ ਬੜੀ ਜ਼ਰੂਰੀ ਆ, ਕਿ ਸਰਬਲੋਕ ਗ੍ਰੰਥ ਦੇ ਵਿੱਚ ਬਹੁਤ ਖੋਲ੍ਹ ਕੇ ਜਿਹੜੇ ਹਨ ਖੁਲਾਸੇ ਕੀਤੇ ਗਏ ਆ ਉਸ ਪਰਮੇਸ਼ਰ ਦੇ 4 ਦਸ਼ਾਂ ਦੇ ਵਿੱਚ ਉਹ ਵਰਤ ਰਹੀ ਸ਼ਕਤੀ ਬਾਰੇ ਬੜਾ ਪ੍ਰਮੁੱਖ ਗਿਆਨ 10ਵੇਂ ਪਾਤਸ਼ਾਹ ਮਹਾਰਾਜ ਨੇ ਜਿਹੜਾ ਹੈਗਾ ਉਹ ਬੜੇ ਸੰਖੇਪ ਤਰੀਕੇ ਦੇ ਵਿੱਚ ਦੱਸਿਆ ਹੋਇਆ ਹੈਗਾ। ਔਰ ਜਿਹੜਾ ਹੈ ਨਾ ਇਸ ਗ੍ਰੰਥ ਦਾ ਨਾਮ ਮਹਾਰਾਜ ਨੇ ਸਰਬਲੋਕ ਰੱਖਿਆ ਹੈ, ਉਹ ਉਸ ਨਾਂ 'ਤੇ ਰੱਖਿਆ ਹੈ ਜਦੋਂ ਅਕਾਲ ਪੁਰਖ ਪਰਮੇਸ਼ਰ ਨੇ ਜਦੋਂ ਇਸ ਤਿੰਨਾਂ ਲੋਕਾਂ ਦੇ ਉੱਤੇ ਰਾਖਸ਼ਾਂ ਦਾ ਰਾਜ ਹੋ ਗਿਆ ਸੀਗਾ, ਅਤੇ ਰਾਖਸ਼ਾਂ ਦੇ ਰਾਜ ਨੂੰ ਖਤਮ ਕਰਨ ਵਾਸਤੇ ਉਸ ਟਾਈਮ ਅਕਾਲ ਪੁਰਖ ਮਹਾਰਾਜ ਨੇ ਸਰਬਲੋਕ ਰੂਪ ਧਾਰਨ ਕੀਤਾ ਸੀਗਾ। ਔਰ ਜਿਹੜਾ ਸਰਬਲੋਕ ਅਵਤਾਰ ਵਾ ਨਾ ਖੁਦ ਅਕਾਲ ਪੁਰਖ ਮਹਾਰਾਜ ਦਾ ਸੀਗਾ। ਉਸ ਦੇ ਬਾਰੇ ਜਿਹੜਾ ਹੈ ਨਾ ਜ਼ਿਕਰ ਆ ਉਹ 10ਵੇਂ ਪਾਤਸ਼ਾਹ ਨੇ ਸਰਬਲੋਕ ਗ੍ਰੰਥ ਦੇ ਵਿੱਚ ਕੀਤਾ ਹੈਗਾ। ਦੇਖੋ, ਇਸ ਗ੍ਰੰਥ ਦੇ ਵਿੱਚ ਮਹਾਰਾਜ ਲਿਖਦੇ ਆ ਕਿ ਜਦੋਂ ਇਸ ਧਰਤੀ ਦੇ ਉੱਤੇ ਜਿਹੜੇ ਦੇਵਤੇ ਸੀ ਨਾ ਉਹਨਾਂ ਸਮਿਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀ। ਰਾਜ ਕਰਨ ਤੋਂ ਬਾਅਦ ਦੇਵਤੇ ਜਿਹੜੇ ਹਨ ਅਭਿਮਾਨੀ ਹੋ ਗਏ, ਹੰਕਾਰੀ ਹੋ ਗਏ। ਜਦੋਂ ਦੇਵਤੇ ਹੰਕਾਰ ਦੇ ਵਿੱਚ ਆਏ ਤਾਂ ਆਪ ਸੰਗਤਾਂ ਜਾਣਦੀਆਂ ਕਿ ਵਾਹਿਗੁਰੂ ਨੂੰ ਬਾਕੀ ਸਾਰੀ ਚੀਜ਼ ਭਾਉਂਦੀ ਆ, ਲੇਕਿਨ ਹੰਕਾਰ ਨਹੀਂ ਪਾਉਂਦਾ। ਔਰ ਦੇਵਤਿਆਂ ਦਾ ਹੰਕਾਰ ਭੰਨਣ ਵਾਸਤੇ ਵਾਹਿਗੁਰੂ ਜਿਹੜੀ ਹੈ ਨਾ ਇੱਕ ਖੇਡ ਖੇਡਦਾ ਹੈਗਾ। ਉਹ ਜਿਹੜੀ ਖੇਡ ਖੇਡੀ ਗਈ ਉਹ ਇਹ ਸੀਗੀ ਕਿ ਪਤਾਲ ਦੇ ਵਿੱਚ ਰਹਿੰਦੇ ਜਿਹੜੇ ਰਾਖਸ਼ ਸੀਗੇ ਹਨ ਉਹ ਸਮਾਂ ਪਾ ਕੇ ਇੰਨੇ ਪ੍ਰਬਲ ਹੋਏ ਕਿ ਉਹਨਾਂ ਦੇ ਅੰਦਰ ਮਨ 'ਚ ਇੱਛਾ ਹੋਈ ਕਿ ਪਤਾਲ ਤੋਂ ਇਲਾਵਾ ਅਸੀਂ ਹੋਰ ਲੋਕਾਂ ਦੇ ਵਿੱਚ ਵੀ ਰਾਜ ਕਰੀਏ। ਉਸ ਤੋਂ ਬਾਅਦ ਇਹ ਜਿਹੜੇ ਪਤਾਲ ਦੇ ਵਿੱਚ ਰਹਿਣ ਵਾਲੇ ਰਾਖਸ਼ ਸੀਗੇ, ਇਹਨਾਂ ਦੀ ਜਿਹੜੀ ਗਿਣਤੀ ਸੀ ਹੈ ਨਾ ਇਹ 30 ਪਦਮ ਉਹਨਾਂ ਸਮਿਆਂ ਦੇ ਵਿੱਚ ਇਸ ਗ੍ਰੰਥ ਦੇ ਵਿੱਚ ਦੱਸੀ ਗਈ। ਕਿਉਂਕਿ ਜਿਹੜਾ ਪਦਮ ਸ਼ਬਦ ਹੈ ਨਾ ਬਹੁਤ ਵੱਡਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇਕਾਈ, ਦਹਾਈ, ਸੈਂਕੜਾ, ਹਜ਼ਾਰ, ਲੱਖ, ਕਰੋੜ, ਦਹਿ ਕਰੋੜ, ਅਰਬ, ਖਰਬ ਅਤੇ ਨੀਲ, ਸੰਖ, ਪਦਮ, ਇਹ ਪਦਮ ਗਿਣਤੀ ਬੜੀ ਵੱਡੀ ਹੈਗੀ ਆ। ਸੋ 30 ਕਰੋੜ ਪਦਮ ਰਾਖਸ਼ ਜਿਹੜੇ ਸੀਗੇ ਹੈ ਨਾ ਇਹਨਾਂ ਨੇ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਕਹਿੰਦੇ ਸੀਗਾ ਆਪਣਾ ਪਹਿਲਾ ਹੱਲਾ ਬੋਲਿਆ। ਉਹ ਜਦ ਇਹ ਧਰਤੀ ਦੇ ਉੱਤੇ ਆਏ ਆ ਉਹ ਸਾਨੂੰ ਦੱਸਦੇ ਆ ਕਿ ਇਹ ਰਾਖਸ਼ ਇੰਨੇ ਸ਼ਕਤੀਸ਼ਾਲੀ ਸੀ ਅਤੇ ਇਹਨਾਂ ਦੇ ਹਥਿਆਰ ਇੰਨੇ ਸ਼ਕਤੀਸ਼ਾਲੀ ਸੀ ਹੈ ਨਾ, ਅਤੇ ਜਿਸ ਜਗ੍ਹਾ ਦੇ ਉੱਤੋਂ ਇਹਨਾਂ ਦੇ ਰੱਥ ਲੰਘਦੇ ਸੀ ਉਹਨਾਂ ਜਗ੍ਹਾ ਦੇ ਉੱਤੇ ਬੜੀਆਂ ਜਿਹੜੀਆਂ ਦਰਾੜਾਂ ਪੈ ਗਈਆਂ ਧਰਤੀ ਦੇ ਉੱਤੇ, ਅਤੇ ਇਹਨਾਂ ਦਰਾੜਾਂ ਦੇ ਕਾਰਨ ਆਪ 10ਵੇਂ ਪਾਤਸ਼ਾਹ ਦੱਸਦੇ ਆ ਕਿ ਫਿਰ ਜਿਹੜੇ ਸੀ ਸਮੁੰਦਰ ਹੋਣ ਦੇ ਵਿੱਚ ਆਏ ਆ। ਦੇਖੋ ਕਿੰਨਾ ਵਜਨ ਹੋ, ਕਿੰਨੇ ਭਾਰੇ ਸੀ। ਔਰ ਇਹਨਾਂ ਦੇ ਜਿਹੜੇ ਅਸਤਰ ਸ਼ਾਸਤਰ ਸੀਗੇ ਹੈ ਨਾ ਉਹ ਜਦ ਇਹ ਲੈ ਕੇ ਚੱਲਦੇ ਹੁੰਦੇ ਸੀ ਕਹਿੰਦੇ ਉਹਨਾਂ ਦੇ ਨਾਲ ਤਾਰੇ ਟੁੱਟ ਜਾਂਦੇ ਸੀਗੇ। ਐਡੇ ਵੱਡੇ ਵੱਡੇ ਅਸਤਰ ਸ਼ਾਸਤਰ, ਭਾਵ ਕਿ ਐਡੀ ਦੂਰ ਤੱਕ ਮਾਰ ਕਰਨ ਵਾਲੇ ਇਹਨਾਂ ਦੇ ਅਸਤਰ ਸ਼ਾਸਤਰ ਸੀਗੇ। ਉਸ ਤੋਂ ਬਾਅਦ ਦੱਸਦੇ ਆ ਕਿ ਇਹਨਾਂ ਰਾਖਸ਼ਾਂ ਦੀ ਜਿਹੜੀ ਸਾਹ ਲੈਣ ਦੀ ਪ੍ਰਕਿਰਿਆ ਸੀਗੀ ਹੈ ਨਾ, ਕਹਿੰਦੇ ਅਗਰ ਮਾੜੀ ਜੀ ਇਹ ਫੂਕ ਮਾਰਦੇ ਹੁੰਦੇ ਸੀ ਅਤੇ ਬੜੇ ਬੜੇ ਜਿਹੜੇ ਜੰਗਲਾਂ ਦੇ ਦਰਖਤ ਸੀਗੇ ਨਾ ਉਹ ਪੁੱਟੇ ਜਾਂਦੇ ਸੀਗੇ, ਹਨੇਰੀਆਂ ਆ ਜਾਂਦੀਆਂ ਸੀਗੀਆਂ। ਅਤੇ ਜਦ ਕਿਤੇ ਇਹ ਅੰਦਰ ਸਾਹ ਲੈਂਦੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਜੰਗਲੀ ਜਾਨਵਰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇਹਨਾਂ ਦੇ ਅੰਦਰ ਚਲੀਆਂ ਜਾਂਦੀਆਂ ਸੀਗੀਆਂ। ਐਸੇ ਇਹਨਾਂ ਰਾਖਸ਼ਾਂ ਦੀ ਜਿਹੜੀ ਹੈ ਨਾ ਸ਼ਕਤੀ ਆ ਉਸ ਸਮੇਂ ਦੇ ਵਿੱਚ ਪ੍ਰਬਲ ਹੋਈ ਆ। ਔਰ ਇਹਨਾਂ ਰਾਖਸ਼ਾਂ ਨੇ ਦੱਸਦੇ ਆ ਕਿ ਧਰਤੀ ਦੇ ਉੱਤੇ ਜਿੰਨੇ ਵੀ ਜਿਹੜੇ ਜੀਵ ਜੰਤੂ ਸੀਗੇ 18 ਲੱਖ ਜਿਹੜੀ ਬਨਸਪਤੀ ਸੀ ਸਾਰੀ ਜਿਹੜੀ ਸੀ ਉਹ ਮੁਕਾ ਦਿੱਤੀ ਸੀ। ਇਸ ਕਰਕੇ ਜਿੰਨੇ ਧਰਤੀ 'ਤੇ ਰਹਿਣ ਵਾਲੇ ਜਿਹੜੇ ਦੇਵੀ ਦੇਵਤੇ ਜਾਂ ਹੋਰ ਸੀਗੇ ਉਹ ਜਿਹੜੇ ਸੀਗੇ ਇਹਨਾਂ ਤੋਂ ਬਚਣ ਵਾਸਤੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਛੁਪੇ। ਔਰ ਜਿਹੜੇ ਸੀਗੇ ਹੋਰ ਸਾਰਾ ਕੁਛ ਇਹਨਾਂ ਰਾਖਸ਼ਾਂ ਨੇ ਜਿਹੜਾ ਸੀਗਾ ਇਸ ਧਰਤੀ ਦੇ ਉੱਤੇ ਸਭ ਦਾ ਜਿਹੜਾ ਬੀਜ ਸੀਗਾ ਨਾ ਇੱਕ ਕਿਸਮ ਦਾ ਨਾਸ ਕਰ ਦਿੱਤਾ ਸੀਗਾ। ਔਰ ਸਾਰਾ ਕੁਛ ਇਹ ਜਿਹੜਾ ਸੀਗਾ ਖਾ ਖਾ ਕੇ ਇਹਨਾਂ ਨੇ ਆਪਣਾ ਜਿਹੜਾ ਮਲੀਆ ਮੇਟ ਧਰਤੀ ਦੇ ਉੱਤੇ ਕਰ ਦਿੱਤਾ ਸੀਗਾ। ਔਰ ਖ਼ਾਸ ਕਰਕੇ ਜਿਹੜੀਆਂ ਦੇਵੀਆਂ ਸੀਗੀਆਂ ਉਹਨਾਂ ਸਮਿਆਂ ਦੇ ਵਿੱਚ ਉਹ ਰਾਖਸ਼ਾਂ ਤੋਂ ਡਰਦੀਆਂ ਜਿਹੜੀਆਂ ਸੀਗੀਆਂ ਹੈ ਨਾ ਉਹ ਆਪ ਛੁਰੇ ਮਾਰ ਮਾਰ ਕੇ ਮਰ ਗਈਆਂ ਸੀਗੀਆਂ। ਐਸੀ ਭਿਆਨਕ ਦਸ਼ਾ ਜਿਹੜੀ ਸੀ ਉਸ ਸਮੇਂ ਹੋਈ ਸੀ।
ਉਸ ਤੋਂ ਬਾਅਦ ਦੱਸਦੇ ਆ ਇਹਨਾਂ ਰਾਖਸ਼ਾਂ ਨੇ ਫਿਰ ਜਿਹੜਾ ਹੈ ਨਾ ਇੰਦਰ ਦੇਵਤਾ ਸੀਗਾ ਇੰਦਰਪੁਰੀ ਉਹਦੇ ਵੱਲ ਰੁੱਖ ਕੀਤਾ ਅਤੇ ਆਪਣੇ ਰੱਥ ਲੈ ਕੇ ਜਦ ਆਕਾਸ਼ ਦੇ ਉੱਤੇ ਚੜ੍ਹੇ ਆ ਅਤੇ ਇਹਨਾਂ ਨੇ ਇੰਦਰਪੁਰੀ ਜਿੰਨੀਆਂ ਵੀ 14 ਲੋਕ ਸੀ ਸਾਰਿਆਂ ਦੇ ਉੱਤੇ ਆਪਣੀ ਫਤਿਹ ਪ੍ਰਾਪਤ ਕਰ ਲਈ। ਜਦ ਫਤਿਹ ਪ੍ਰਾਪਤ ਕਰ ਲਈ, ਫਤਿਹ ਪ੍ਰਾਪਤ ਕਰਨ ਤੋਂ ਬਾਅਦ ਆਪ ਇਹਨਾਂ ਰਾਖਸ਼ਾਂ ਦਾ ਜਿਹੜਾ ਵੱਡਾ ਮੁਖੀ ਸੀਗਾ ਉਹ ਆਪ ਇੰਦਰ ਦੇ ਤਖ਼ਤ 'ਤੇ ਬੈਠ ਕੇ ਰਾਜ ਕਰਨ ਲੱਗਾ। ਜਦ ਇੰਦਰ ਦੇ ਤਖ਼ਤ 'ਤੇ ਬੈਠਾ ਰਾਜ ਕਰਨ ਲੱਗਾ ਅਤੇ ਉਸ ਤੋਂ ਬਾਅਦ ਸਾਰਾ ਜਿਹੜਾ ਇਹ ਲੋਕ ਸੀਗਾ ਨਾ ਇਹ ਦੇਵਤਿਆਂ ਤੋਂ ਰਹਿਤ ਹੋ ਗਿਆ। ਜਦ ਦੇਵਤਿਆਂ ਤੋਂ ਰਹਿਤ ਹੋ ਗਿਆ ਅਤੇ ਜਿਹੜੇ ਦੇਵਤੇ ਇਹਨਾਂ ਤੋਂ ਲੁਕ ਛਿਪ ਕੇ ਕੁਛ ਜਿਹੜੇ ਬਚ ਕੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾਂ ਜਿੱਥੇ ਵੀ ਕਿਸੇ ਨੂੰ ਕੋਈ ਜਗ੍ਹਾ ਮਿਲੀ ਉਹਦੇ ਵਿੱਚ ਜਾ ਛੁਪੇ। ਇਹਨਾਂ ਦਿਨ ਦੇਖਿਆ ਕਿ ਹੁਣ ਸਾਡਾ ਕੋਈ ਚਾਰਾ ਨਹੀਂ। ਉਸ ਤੋਂ ਬਾਅਦ ਫਿਰ ਸਾਰੇ ਦੇਵਤਿਆਂ ਨੇ ਇਹਨਾਂ ਕੁੰਦਰਾਂ ਦੇ ਵਿੱਚ ਬੈਠ ਕੇ ਫਿਰ ਜਿਹੜੀ ਸੀ ਉਹ ਤਪੱਸਿਆ ਕਰਨੀ ਸ਼ੁਰੂ ਕਰਤੀ, ਉਸ ਨਿਰੰਕਾਰ ਨੂੰ ਆਰਾਧਨਾ ਸ਼ੁਰੂ ਕਰਤਾ। ਜਦ ਨਿਰੰਕਾਰ ਦੀ ਤਪੱਸਿਆ ਜਿਹੜੀ ਇਹ ਜਿਹੜੇ ਦੇਵਤੇ ਕਰਨ ਲੱਗੇ, ਇਸ ਤਰ੍ਹਾਂ ਤਪੱਸਿਆ ਕਰਦੇ ਕਰਦੇ ਦੱਸਦੇ ਆ ਕਿ ਕਈ ਜਿਹੜੇ ਸੀਗੇ ਉਹ ਵਰਸ਼ ਬੀਤ ਗਏ। ਜਦ ਕਈ ਸੈਂਕੜੇ ਵਰਸ਼ ਬੀਤੇ, ਉਸ ਤੋਂ ਬਾਅਦ ਇਹਨਾਂ ਦੀ ਤਪੱਸਿਆ ਦਾ ਫਲ ਇਹ ਹੋਇਆ ਕਿ ਅਕਾਲ ਪੁਰਖ ਪ੍ਰਸੰਨ ਹੋ ਗਏ। ਜਦ ਅਕਾਲ ਪੁਰਖ ਪ੍ਰਸੰਨ ਹੋ ਗਏ, ਦੇਵਤਿਆਂ ਦਾ ਹੰਕਾਰ ਜਿਹੜਾ ਸੀਗਾ ਚਕਨਾਚੂਕ ਹੋ ਗਿਆ, ਦੇਵਤੇ ਜਿਹੜੇ ਨਿਮਰਤਾ ਭਾਵ ਦੇ ਵਿੱਚ ਆ ਗਏ। ਉਸ ਤੋਂ ਬਾਅਦ ਫਿਰ ਇਹਨੇ ਤਪੱਸਿਆ ਕਰਦੇ ਜਿੰਨੇ ਵੀ ਜਿਹੜੇ ਦੇਵਤੇ ਸੀ ਇਹਨਾਂ ਨੂੰ ਆਕਾਸ਼ਬਾਣੀ ਹੋਈ ਕਿ ਅਸੀਂ ਤੁਹਾਡੀ ਸਹਾਇਤਾ ਦੇ ਵਾਸਤੇ ਆ ਰਹੇ ਹਾਂ। ਉਸ ਤੋਂ ਬਾਅਦ ਫਿਰ ਦੇਵਤੇ ਪ੍ਰਸੰਨ ਹੋ ਗਏ ਔਰ ਇਹਨਾਂ ਨੂੰ ਇਹ ਵੀ ਹੋਇਆ ਕਿ ਤੁਸੀਂ ਜਿੰਨੀ ਵੀ ਆਰਾਧਨਾ ਕੀਤੀ ਹੈ ਉਹਦਾ ਫਲ ਇਹ ਆ ਕਿ ਤੁਹਾਨੂੰ ਜਿਹੜਾ ਹੈ ਨਾ ਦੁਬਾਰਾ ਰਾਜ ਜਿਹੜਾ ਹੈਗਾ ਉਹ ਦਿੱਤਾ ਜਾਊਗਾ। ਉਸ ਤੋਂ ਬਾਅਦ ਦੱਸਦੇ ਆ ਕਿ ਅਕਾਲ ਪੁਰਖ ਨੇ ਹੈ ਨਾ ਫਿਰ ਇਹਨਾਂ ਰਾਖਸ਼ਾਂ ਨੂੰ ਖਤਮ ਕਰਨ ਵਾਸਤੇ ਫਿਰ ਸਰਬ ਲੋ ਰੂਪ ਜਿਹੜਾ ਸੀਗਾ ਉਹ ਧਾਰਨ ਕੀਤਾ। ਭਾਵ ਕਿ ਸਾਰਾ ਜਿਹੜਾ ਸਰੀਰ ਸੀਗਾ ਨਾ ਅਕਾਲ ਪੁਰਖ ਨੇ ਉਹ ਲੋਹੇ ਦਾ ਧਾਰਨ ਕੀਤਾ ਅਤੇ ਉਹਦੇ ਵਿੱਚ ਦੱਸਦੇ ਆ ਕਿ ਪਰਮੇਸ਼ਰ ਨੇ ਆਪਣਾ ਵਿਰਾਟ ਰੂਪ ਧਾਰਨ ਕੀਤਾ ਸੀ। ਔਰ ਇਸ ਵਿਰਾਟ ਰੂਪ ਦੇ ਵਿੱਚ ਜਿਵੇਂ ਆਪ ਸੰਗਤਾਂ ਜਾਣਦੀਆਂ ਕਿ ਇੱਕ ਬ੍ਰਹਿਮੰਡ ਦਾ ਜਿਹੜਾ ਵਿਰਾਟ ਰੂਪ ਪਰਮੇਸ਼ਰ ਦਾ ਹੈਗਾ ਉਹ ਇੱਕ ਬ੍ਰਹਿਮੰਡ ਜਿੰਨਾ ਹੈਗਾ, ਔਰ ਇੱਕ ਬ੍ਰਹਿਮੰਡ ਸੂਰਜ ਚੰਦ ਜਿਹੜੇ ਆ ਇਹ ਦੋਨੇ ਪਰਮੇਸ਼ਰ ਦੀਆਂ ਅੱਖਾਂ ਹੈਗੀਆਂ। ਬਾਕੀ ਜਿੰਨੀਆਂ ਵੀ ਨਦੀਆਂ ਹੈਗੀਆਂ ਇਹ ਪਰਮੇਸ਼ਰ ਦੀਆਂ ਨਾੜੀਆਂ ਹੈਗੀਆਂ। 18,000 ਜਿਹੜੀ ਬਨਸਪਤੀ ਹੈਗੀ ਆ ਉਹ ਪਰਮੇਸ਼ਰ ਦੇ ਰੂਮ ਆ। ਇਸ ਤਰ੍ਹਾਂ ਇਹ ਜਿਹੜਾ ਨਾ ਵਿਰਾਟ ਰੂਪ ਆ ਮਹਾਂਪੁਰਖ ਦੱਸਦੇ ਆ ਕਿ ਇਸ ਤਰ੍ਹਾਂ ਦਾ ਵਿਰਾਟ ਰੂਪ ਪਰਮੇਸ਼ਰ ਨੇ ਧਾਰਨ ਕੀਤਾ। ਜਦੋਂ ਸਰਵਰੂਪ ਜਿਹੜਾ ਸੀਗਾ ਉਹ ਧਾਰਨ ਕੀਤਾ, ਇਸ ਤਰ੍ਹਾਂ ਇਹ ਜਿਹੜਾ ਸੀਗਾ ਰੂਪ ਧਾਰਨ ਕਰਕੇ ਪਰਮੇਸ਼ਰ ਦਾ ਦੱਸਦੇ ਕਿ ਐਡਾ ਭਿਆਨਕ ਰੂਪ ਦੇਖ ਕੇ ਜਿਹੜੇ ਸੀਗੇ ਰਾਖਸ਼ ਉਹ ਪੂਰੀ ਤਰ੍ਹਾਂ ਭੈਭੀਤ ਹੋ ਗਏ। ਮਨ 'ਚ ਸੋਚਿਆ ਕਿ ਇਹ ਕੌਣ ਆ ਗਿਆ ਹੈਗਾ। ਉਹਦੇ ਵਿੱਚ ਦੱਸਦੇ ਆ ਕਿ ਜਿਹੜੀਆਂ ਨਾਸਕਾਂ ਸੀਗੀਆਂ, ਨਾਸਕਾਂ ਦੇ ਵਿੱਚੋਂ ਅਗਨੀਆਂ ਵਾਲੇ ਜਿਹੜੇ ਸੀਗੇ ਉਹ ਗੋਲੇ ਉਹਨਾਂ ਸਮਿਆਂ ਦੇ ਵਿੱਚ ਨਿਕਲ ਰਹੇ ਸੀ। ਕੰਨਾਂ ਦੇ ਵਿੱਚੋਂ ਜਿਹੜੀ ਸੀਗੀ ਉਹ ਅਗਨੀ ਨਿਕਲ ਰਹੀ ਸੀ। ਅੱਖਾਂ ਦੇ ਵਿੱਚੋਂ ਬਹੁਤ ਭਿਆਨਕ ਲਾਲੀਆਂ ਨਿਕਲ ਰਹੀਆਂ ਸੀ। ਇਹੋ ਜਿਹਾ ਜਿਹੜਾ ਪਰਮੇਸ਼ਰ ਦਾ ਹੈ ਨਾ ਇਹ ਸਰਬਲੋਹ ਦਾ ਜਿਹੜਾ ਰੂਪ ਸੀਗਾ ਉਹ ਪਰਮੇਸ਼ਰ ਨੇ ਜਿਹੜਾ ਸੀਗਾ ਧਾਰਨ ਕੀਤਾ। ਉਸ ਤੋਂ ਬਾਅਦ ਫਿਰ ਵਾਹਿਗੁਰੂ ਨੇ ਰੂਪ ਧਾਰਨ ਕਰਕੇ ਫਿਰ ਰਾਖਸ਼ਾਂ ਨੂੰ ਲਲਕਾਰਿਆ। ਜਦ ਰਾਖਸ਼ ਜਿਹੜੇ ਆ ਉਹ ਸਾਹਮਣੇ ਆਏ ਆ ਅਤੇ ਹੁਣ ਵਾਹਿਗੁਰੂ ਦਾ ਇਹ ਵਿਰਾਟ ਰੂਪ ਦੇਖ ਕੇ ਜਿਹੜੇ ਰਾਖਸ਼ ਸੀਗੇ ਉਹਨਾਂ ਦੇ ਨਾਲ ਫਿਰ ਅਕਾਲ ਸ਼ਕਤੀ ਨੇ ਉਸ ਟਾਈਮ ਜਿਹੜਾ ਸੀਗਾ ਯੁੱਧ ਕੀਤਾ। ਇਸ ਯੁੱਧ ਦੇ ਵਿੱਚ ਜਿਹੜੇ ਸਾਰੇ ਰਾਖਸ਼ ਸੀਗੇ ਉਹ ਸਮਾਪਤ ਹੋ ਗਏ। ਜਦ ਸਾਰੇ ਰਾਖਸ਼ ਮਾਰੇ ਗਏ ਤਾਂ ਫਿਰ ਅਕਾਲ ਪੁਰਖ ਨੇ ਜਿਹੜੀ ਇਹ ਸਾਰਾ ਜਿਹੜਾ ਪ੍ਰਬੰਧ ਸੀਗਾ ਇਸ ਬ੍ਰਹਿਮੰਡ ਦਾ ਉਹ ਫਿਰ ਕਹਿੰਦੇ ਦੇਵਤਿਆਂ ਨੂੰ ਸਪੁਰਦ ਕੀਤਾ ਸੀ ਔਰ ਇੰਦਰ ਦੇਵਤੇ ਨੂੰ ਦੁਬਾਰਾ ਉਹਦੀ ਇੰਦਰਪੁਰੀ ਦਵਾਈ ਆ। ਇਸ ਤਰ੍ਹਾਂ ਵਾਹਿਗੁਰੂ ਜੀ ਦਾ ਇਹ ਜਿਹੜਾ ਰੂਪ ਸੀਗਾ ਵਿਰਾਟ ਰੂਪ, ਇਹਦੇ ਵਿੱਚੋਂ ਦੱਸਦੇ ਆ ਫਿਰ ਅਕਾਲ ਪੁਰਖ ਜਿਹੜੇ ਸੀਗੇ ਹੈ ਨਾ ਫਿਰ ਸਾਰੀ ਸ਼ਾਂਤੀ ਕਰਕੇ ਆਪ ਜਿਹੜੀ ਜੋਤ ਸੀਗੀ ਇਸ ਸਰਬਲੋਹ ਦੇ ਰੂਪ ਦੇ ਵਿੱਚੋਂ ਬਾਹਰ ਨਿਕਲ ਗਈ ਸੀ। ਕੱਲਾ ਜਿਹੜਾ ਸੀ ਖੋਲ ਉਹ ਰਹਿ ਗਿਆ ਸੀਗਾ। ਉਹ ਜਿਹੜਾ ਖੋਲ ਕੱਲਾ ਰਹਿ ਗਿਆ ਸੀਗਾ ਹੈ ਨਾ ਉਹ ਖੋਲ ਦੱਸਦੇ ਆ ਫਿਰ ਸਮਾਂ ਪਾ ਕੇ ਉਹ ਫਿਰ ਲੋਹੇ ਦਾ ਰੂਪ ਧਾਰਨ ਕੀਤਾ, ਫਿਰ ਲੋਹਾ ਪਦਾਰਥ ਬਣਿਆ ਸੀਗਾ। ਸੋ ਇਹ ਜਿਹੜਾ ਇਸ ਸਰਬਲੋਹ ਗ੍ਰੰਥ ਦੇ ਵਿੱਚ ਕਲਗੀਧਰ ਮਹਾਰਾਜ ਨੇ ਇਹਦਾ ਜਿਹੜਾ ਜ਼ਿਕਰ ਵਾ ਨਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਹੈਗਾ ਅਤੇ ਉਹ ਉਸ ਸਮੇਂ ਦੇ ਵਿੱਚ ਜਾਣੀ ਦੱਸਿਆ ਹੈਗਾ ਜਿਸ ਨੂੰ ਅੱਜ ਕੱਲ੍ਹ ਆਪਾਂ ਏਲੀਅਨ ਆਖਦੇ ਹਾਂ ਕਿ ਇਹੋ ਜਿਹੇ ਪਤਾਲਾਂ ਦੇ ਗ੍ਰਹਿਆਂ ਦੇ ਵਿੱਚੋਂ ਐਡੇ ਸ਼ਕਤੀਸ਼ਾਲੀ ਜਿਹੜੇ ਸੀਗੇ ਉਹ ਲੋਕ ਆ ਉਹ ਆਏ ਆ। ਜਿਵੇਂ ਅੱਜ ਦੀ ਸਾਇੰਸ ਖਾਸ ਕਰਕੇ ਅਮਰੀਕਾ ਦੀ ਦੱਸਦੀ ਆ ਕਿ ਉਹਨਾਂ ਦੇ ਸੈਟਲਾਈਟ ਜਿਹੜੇ ਆ ਕਈ ਵਾਰ ਜਿਹੜੇ ਆ ਉਹ ਇਸ ਪੁਲਾੜ ਦੇ ਅੰਦਰ ਇੰਨੀ ਦੂਰ ਚਲੇ ਗਏ ਆ ਜਿਨ੍ਹਾਂ ਨੇ ਇਹ ਸੁਨੇਹੇ ਭੇਜਿਆ ਕਿ ਉਹਨਾਂ ਨੂੰ ਹੁਣ ਹਵਾਈ ਜਹਾਜ਼ ਦੀਆਂ ਜਿਹੜੀਆਂ ਗੂੰਜਾਂ ਹੈਗੀਆਂ ਉਹ ਸੁਣਾਈ ਦਿੰਦੀਆਂ ਹੈਗੀਆਂ।
ਲੇਕਿਨ ਉਹਨਾਂ ਜਹਾਜ਼ਾਂ ਦੀ ਜਿਹੜੀ ਗਤੀ ਹੈ ਉਹ ਐਡੀ ਤੀਬਰ ਹੈਗੀ ਆ ਕਿ ਉਹ ਨਜ਼ਰ ਨਹੀਂ ਆਉਂਦੇ, ਪਰ ਇਹ ਗੂੰਜਾਂ ਜਿਹੜੀਆਂ ਹਨ ਰਿਕਾਰਡ ਕੀਤੀਆਂ ਗਈਆਂ। ਇਸ ਕਰਕੇ ਅਮਰੀਕਾ ਵਾਲਿਆਂ ਨੇ ਜਾਣੀ ਕਿ ਆਪਣੀ ਸਾਇੰਸ ਦੀ ਖੋਜ ਵਿੱਚ ਦੱਸਿਆ ਹੈਗਾ ਕਿ 2.5 ਅਰਬ ਧਰਤੀਆਂ ਦੇ ਉੱਤੇ ਜਿਹੜੇ ਹੈ ਨਾ ਹੋਰ ਵੀ ਆ ਲੋਕੀ ਉਹ ਰਹਿ ਰਹੇ ਆ, ਲੇਕਿਨ ਉਹਨਾਂ ਦੀ ਸਾਇੰਸ ਸਾਡੇ ਨਾਲੋਂ ਕਈ ਜਿਹੜੀ ਆ ਉਹ ਸ਼ਕਤੀਸ਼ਾਲੀ, ਕਈ ਗੁਣਾ ਸ਼ਕਤੀਸ਼ਾਲੀ ਹੈਗੀ ਆ, ਅਤੇ ਸਾਡਾ ਉਹਨਾਂ ਦੇ ਨਾਲ ਅਜੇ ਕੰਟੈਕਟ ਨਹੀਂ ਹੋ ਰਿਹਾ ਹੈ। ਪਰ ਦਸਮ ਪਾਤਸ਼ਾਹ ਨੇ ਦੱਸਿਆ ਹੈਗਾ ਕਿ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ, ਇਸ ਤਰ੍ਹਾਂ ਇਹ ਜਿਹੜੇ ਲੋਕੀ ਹੈਗੇ ਆ ਇਹਨਾਂ ਪਤਾਲਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਆਏ ਸੀਗੇ ਅਤੇ ਇਹਨਾਂ ਨੇ ਉਸ ਸਮੇਂ ਦੇ ਵਿੱਚ 3 ਲੋਕਾਂ 'ਤੇ ਰਾਜ ਕੀਤਾ ਹੈਗਾ। ਉਹ ਅੱਜ ਵੀ ਦੱਸਦੇ ਆ ਕਿ ਇਹੋ ਜਿਹਾ ਖਤਰਾ ਜਿਹੜਾ ਹੈ ਨਾ ਉਹ ਅੱਗੇ ਵੀ ਆ ਸਕਦਾ ਹੈਗਾ, ਕਿਉਂਕਿ ਮਨੁੱਖ ਦੇ ਅੰਦਰ ਇੱਕ ਕੋਸ਼ਿਸ਼ ਹੁੰਦੀ ਆ ਕਿ ਉਹ ਆਪਣੀ ਧਰਤੀ ਨੂੰ ਸਾਰ ਕਰਕੇ ਕਿਸੇ ਹੋਰ ਧਰਤੀ ਦੀ ਤਲਾਸ਼ ਦੇ ਵਿੱਚ ਨਿਕਲਦੇ ਆ ਜਦੋਂ ਉਹ ਸ਼ਕਤੀਸ਼ਾਲੀ ਹੋ ਜਾਂਦੇ। ਇਸੇ ਤਰ੍ਹਾਂ ਇਰਾਕ ਜਦ ਸ਼ਕਤੀਸ਼ਾਲੀ ਹੋਏ ਸੀ ਤਾਂ ਇਹਨਾਂ ਨੇ 3 ਲੋਕਾਂ 'ਤੇ ਕਬਜ਼ਾ ਕੀਤਾ ਸੀਗਾ। ਪਰ ਅਜੋਕੇ ਸਮੇਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਮੁੱਖ ਆਸਣ ਹੈਗਾ ਇਸ ਧਰਤੀ ਦੇ ਉੱਤੇ ਆਪ ਨਿਰੰਕਾਰ ਨੇ ਆਪਣੇ ਸ਼ਬਦ ਰੂਪ ਦੇ ਵਿੱਚ ਧਾਰਨ ਕੀਤਾ ਹੈਗਾ। ਔਰ ਜਦ ਤੱਕ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਔਰ ਪੰਥ ਹੈ ਤਦ ਤੱਕ ਇਹ ਜਿਹੜੇ ਰਾਖਸ਼ ਹੈ ਇਸ ਧਰਤੀ ਦੇ ਵੱਲ ਮੂੰਹ ਨਹੀਂ ਕਰ ਸਕਦੇ, ਕਿਉਂਕਿ ਇਸ ਧਰਤੀ ਦੇ ਉੱਤੇ ਆਪ ਨਿਰੰਕਾਰ ਅਕਾਲ ਪੁਰਖ ਦਾ ਵਾਸਾ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਐਡੇ ਭਾਰੇ ਜੋ ਅਗੰਮੀ ਕੌਤਕ ਹੋਏ ਆ, ਜੋ ਘਟਨਾਵਾਂ ਹੋਈਆਂ, ਉਹਨਾਂ ਨੂੰ ਦਸਮ ਪਾਤਸ਼ਾਹ ਨੇ ਸਰਬਲੋ ਗ੍ਰੰਥ ਦੇ ਵਿੱਚ ਜਿਹੜਾ ਦੱਸਿਆ ਹੈਗਾ। ਔਰ ਇਸ ਕਰਕੇ ਸਰਬਲੋ ਗ੍ਰੰਥ ਦਾ ਗਿਆਨ ਜਿਹੜਾ ਹੈ ਨਾ ਉਹ ਸਿੱਖ ਵਾਸਤੇ ਬੜਾ ਜ਼ਰੂਰੀ ਹੋ ਗਿਆ ਹੈਗਾ, ਤਾਂ ਜੋ ਸਿੱਖ ਜਿਹੜਾ ਹੈ ਨਾ ਉਹ ਪੁਰਾਤਨ ਸਮਿਆਂ ਦੇ ਵਿੱਚ ਹੋ ਰਹੇ ਜੰਗਾਂ ਯੁੱਧਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਕੀ ਕੁਛ ਪੁਰਾਤਨ ਸਮੇਂ ਦੇ ਵਿੱਚ ਹੋਇਆ, ਕਿਵੇਂ ਦੇਵਤਿਆਂ ਅਤੇ ਰਾਖਸ਼ਾਂ ਦੀਆਂ ਜੰਗਾਂ ਹੋਈਆਂ ਹੈ। ਭਾਵ ਜਿਹੜਾ ਹੈਗਾ ਉਹ ਇਹ ਹੈ ਕਿ ਜਦੋਂ ਪੁੰਨ ਵੱਧ ਜਾਂਦੇ ਆ ਤਾਂ ਫਿਰ ਸੁੱਖ ਹੋ ਜਾਂਦਾ, ਪਰ ਜਦੋਂ ਹੰਕਾਰ ਵੱਧ ਜਾਂਦਾ ਹੈਗਾ, ਜਦੋਂ ਐਸ਼ ਪ੍ਰਸਤੀ ਵੱਧ ਜਾਂਦੀ ਹੈਗੀ, ਜਦੋਂ ਮਨ ਮਰਜ਼ੀ ਵੱਧ ਜਾਂਦੀ ਹੈਗੀ ਆ, ਅਤੇ ਇਸ ਕਰਕੇ ਇਸ ਧਰਤੀ ਦੇ ਵਿੱਚ ਜਿਹੜੇ ਹੈ ਨਾ ਫਿਰ ਦੁੱਖ ਪੈਦਾ ਹੋ ਜਾਂਦੇ ਆ। ਇਸ ਕਰਕੇ ਪਰਮੇਸ਼ਰ ਜਿਹੜਾ ਹੈ ਨਾ ਇਹਨਾਂ ਜੋ ਭਿਆਨਕ ਪੀੜਾ ਇਸ ਧਰਤੀ ਦੇ ਉੱਤੇ ਵਾਪਰਦੀ ਹੈ, ਇਹਨਾਂ ਨੂੰ ਪੀੜਾ ਨੂੰ ਦੂਰ ਕਰਨ ਵਾਸਤੇ ਜਾਂ ਉਹਨਾਂ ਲੋਕਾਂ ਦੇ ਹੰਕਾਰ ਦੂਰ ਕਰਨ ਵਾਸਤੇ ਕੋਈ ਨਾ ਕੋਈ ਖੇਡ ਰਚਦਾ ਹੈਗਾ। ਅਤੇ ਇਹ ਜਿਹੜੀ ਖੇਡ ਵਾ ਨਾ ਇਹ ਪਰਮੇਸ਼ਰ ਦੁਆਰਾ ਹੀ ਰਚੀ ਜਾਂਦੀ ਹੈਗੀ ਆ। ਇਸ ਕਰਕੇ ਇਸ ਖੇਡ ਨੂੰ ਉਸ ਸਮੇਂ ਦੇ ਵਿੱਚ ਦਸ਼ਮੇਸ਼ ਪਿਤਾ ਮਹਾਰਾਜ ਨੇ ਜਿਹੜਾ ਹੈ ਨਾ ਉਹ ਬੜਾ ਖੋਲ੍ਹ ਕੇ ਦੱਸਿਆ ਹੈਗਾ। ਔਰ ਇਸ ਗ੍ਰੰਥ ਦੇ ਵਿੱਚ ਇੱਕ ਨੇ ਹੋਰ ਵੀ ਜਿਹੜੇ ਹੈ ਨਾ 4 ਚੱਕਰਾਂ ਦੇ ਵਿੱਚ ਵਰਤ ਰਹੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਜਿਹੜੇ ਜ਼ਿਕਰ ਮਿਲਦੇ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਇਸ ਗ੍ਰੰਥ ਦਾ ਅਧਿਐਨ ਜਿਹੜਾ ਉਹਨੂੰ ਸਿੱਖ ਵਾਸਤੇ ਬੜਾ ਜ਼ਰੂਰੀ ਆ। ਔਰ ਜਿਹੜੇ ਸਿੱਖ ਸਰਬਲੋ ਗ੍ਰੰਥ ਦਾ ਅਧਿਐਨ ਕਰਕੇ ਔਰ ਦਸਮ ਪਾਤਸ਼ਾਹ ਦੇ ਪੁਰਾਤਨ ਸਮੇਂ ਦੇ ਵਿੱਚ ਜੋ ਧਰਤੀ 'ਤੇ ਹੋ ਰਹੇ ਕਾਰਨਾਮੇ ਆ ਉਹਨਾਂ ਦੇ ਦਰਸ਼ਨ ਕਰਦਾ ਹੈਗਾ, ਅਤੇ ਉਹ ਇਹ ਦਰਸ਼ਨ ਕਰਨ ਤੋਂ ਬਾਅਦ ਹੈਰਾਨ ਹੋ ਜਾਂਦਾ। ਔਰ ਖਾਸ ਕਰਕੇ ਦਸਮ ਪਾਤਸ਼ਾਹ ਮਹਾਰਾਜ ਦੀ ਜਿਹੜੀ ਕਲਮ ਹੈਗੀ ਉਹਦੇ ਦਰਸ਼ਨ ਕਰਦਾ ਹੈ, ਉਹ ਦੇਖਦਾ ਹੈ ਕਿ ਜੋ ਪਿਛੇ ਸਮੇਂ ਦੇ ਵਿੱਚ ਬਹੁਤ ਸਮਾਂ ਪਹਿਲਾਂ ਜਿਨ੍ਹਾਂ ਬਾਰੇ ਕੋਈ ਖਿਆਲ ਨਹੀਂ ਕਰ ਸਕਦਾ, ਉਹਨਾਂ ਸਮਿਆਂ ਦੇ ਬਾਰੇ ਦਸਮ ਪਾਤਸ਼ਾਹ ਨੇ ਆਪਣੀ ਕਲਮ ਦੇ ਵਿੱਚ ਕਿਵੇਂ ਜ਼ਿਕਰ ਕਰ ਦਿੱਤਾ ਹੈਗਾ, ਇਹ ਦੂਸਰਾ ਕਰ ਨਹੀਂ ਸਕਦਾ। ਕਿਉਂਕਿ ਇਹ ਜੋ ਵੀ ਕੁਛ ਦਸਮ ਪਾਤਸ਼ਾਹ ਨੇ ਲਿਖਿਆ ਹੈਗਾ ਇਹ ਸਾਰਾ ਉਹਨਾਂ ਦੇ ਆਪਣੇ ਅੱਖੀਂ ਦੇਖੇ ਜੋ ਕੌਤਕ ਇਸ ਧਰਤੀ 'ਚ ਹੋਏ ਆ ਉਹਨਾਂ ਦੇ ਵਰਣਨ ਸਾਨੂੰ ਮਿਲਦੇ ਆ। ਸੋ ਇਸੇ ਕਰਕੇ ਸਾਨੂੰ ਭਾਈ ਗੁਰਦਾਸ ਜੀ ਨੇ ਆਖਿਆ, ਵਾਹ ਪ੍ਰਗਟਿਓ ਮਰਦ ਗੰਮੜਾ ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸੋ ਦਾਸ ਸਰਬਲੋ ਗ੍ਰੰਥ ਦੀ ਤਿਲਕੂ ਵਿਚਾਰ ਆਪ ਸਾਰੀ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।